ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਪਰਮ ਸਨਮਾਨਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਨੇ ਆਪਣੀ ਲੰਮੀ ਜੇਲ੍ਹ ਯਾਤਰਾ ਸਮੇਂ ਹਜ਼ਾਰੀਬਾਗ ਜੇਲ੍ਹ ਵਿੱਚ ਇੱਕ ਘਟਨਾ ਵੇਖੀ। ਉਹ ਇਸ ਪ੍ਰਕਾਰ ਹੈ। ਭਾਈ ਸਾਹਿਬ ਦੇ ਨਾਲ 40 ਹੋਰ ਸਿੱਖ ਪੋਲੀਟੀਕਲ ਕੈਦੀ ਹਜ਼ਾਰੀਬਾਗ ਜੇਲ੍ਹ ਦੀਆਂ ਵੱਖ-ਵੱਖ ਕੋਠੜੀਆਂ ਵਿੱਚ ਕੈਦ ਸਨ। ਉਹਨਾਂ ਵਿੱਚੋਂ ਇੱਕ ਕੇਹਰ ਸਿੰਘ ਵੀ ਸੀ, ਜੋ ਲੁਧਿਆਣੇ ਦੇ ਨੇੜੇ ਸਾਹਨੇਵਾਲ ਪਿੰਡ ਦਾ ਵਸਨੀਕ ਸੀ। ਇਹ ਕੇਹਰ ਸਿੰਘ ਭਾਵੇਂ ਸਿੱਖ ਖਾਨਦਾਨ ਦੇ ਜ਼ਿਮੀਂਦਾਰ ਪਰਿਵਾਰ ਵਿੱਚੋਂ ਸੀ, ਪਰ ਆਰਿਆ ਸਕੂਲ ਲੁਧਿਆਣੇ ਵਿੱਚ ਪੜ੍ਹਦਿਆਂ ਇਸ ਦੀ ਸੰਗਤ ਕੁਝ ਕੁਸੰਗੀਆਂ ਨਾਲ ਐਸੀ ਹੋ ਗਈ, ਜਿਸ ਕਾਰਨ ਇਸ ਨੇ ਆਪਣੇ ਪਵਿੱਤਰ ਕੇਸ ਕਤਲ ਕਰਵਾ ਲਏ ਅਤੇ ਇਸ ਦੇ ਹੋਰ ਕੰਮਕਾਜ ਵੀ ਸਾਕਤ ਪੁਰਸ਼ਾਂ ਵਾਲੇ ਹੋ ਗਏ। ਲਾਹੌਰ ਦੇ ਪਹਿਲੇ ਸਾਜ਼ਿਸ਼ ਕੇਸ ਵਿੱਚ ਇਹ ਭਗੌੜਾ ਹੋ ਗਿਆ ਸੀ, ਪਰ ਪਿੱਛੋਂ ਫੜਿਆ ਗਿਆ ਅਤੇ ਤੀਜੇ ਕੇਸ ਵਿੱਚ ਉਮਰ ਕੈਦ ਦੀ ਸਜ਼ਾ ਪਾ ਕੇ ਭਾਈ ਸਾਹਿਬ ਨਾਲ ਇਸ ਜੇਲ੍ਹ ਵਿੱਚ ਆ ਗਿਆ ਸੀ। ਜੇਲ੍ਹ ਵਿੱਚ ਹੰਝੀਰਾਂ ਦਾ ਛੂਤ ਰੋਗ ਹੋ ਜਾਣ ਕਾਰਨ ਇਸ ਨੂੰ ਦੂਰ ਪਰੇ ਵੱਖਰਾ ਹੀ ਹਸਪਤਾਲ ਵਿੱਚ ਰੱਖਿਆ ਹੋਇਆ ਸੀ। ਇਸ ਦੇ ਨੇੜੇ ਕਿਸੇ ਨੂੰ ਵੀ ਜਾਣ ਨਹੀਂ ਸੀ ਦਿੱਤਾ ਜਾਂਦਾ। ਪਿਛਲੇ 6 ਮਹੀਨਿਆਂ ਤੋਂ ਕੇਹਰ ਸਿੰਘ ਸਖਤ ਬਿਮਾਰ ਸੀ ਤੇ ਬਹੁਤ ਔਖਾ ਮਹਿਸੂਸ ਕਰਦਾ ਸੀ। ਕੋਈ ਸਾਕ ਸੰਬੰਧੀ ਵੀ ਉਸ ਦੀ ਮੁਲਾਕਾਤ ਲਈ ਉਸ ਕੋਲ ਨਾ ਆਇਆ। ਜਦ ਜੇਲ੍ਹ ਵਾਲਿਆਂ ਨੇ ਉਸ ਦੀ ਹਾਲਤ ਬਹੁਤ ਨਾਜ਼ੁਕ ਦੇਖੀ ਤਾਂ ਉਸ ਨੂੰ ਪੁੱਛਣ ਲੱਗੇ ਕਿ ਜਿਸ ਨੂੰ ਉਹ ਮਿਲਣਾ ਚਾਹੁੰਦਾ ਹੈ ਮਿਲਾ ਦਿੰਦੇ ਹਾਂ, ਪਰ ਉਹ ਰੋਂਦਾ ਹੋਇਆ ਕਹਿ ਦਿੰਦਾ, ਮੇਰਾ ਕੋਈ ਨਹੀਂ। ਉਸ ਦਾ ਅੰਤ ਨੇੜੇ ਆਇਆ ਵੇਖ ਕੇ ਉਸ ਕੋਲੋਂ ਜਦ ਬਾਰ-ਬਾਰ ਮਿਲਣ ਬਾਰੇ ਪੁੱਛਿਆ ਜਾਣ ਲੱਗਾ ਤਾਂ ਉਸਨੇ ਕਹਿ ਦਿੱਤਾ ਕਿ ਬਚਨ ਦਿਓ, ਜਿਸ ਨੂੰ ਮੈਂ ਮਿਲਣਾ ਚਾਹੁੰਦਾ ਹਾਂ ਤੁਸੀਂ ਜ਼ਰੂਰ ਮਿਲਾ ਦਿਓਗੇ ਤਾਂ ਮੈਂ ਦੱਸਦਾ ਹਾਂ, ਨਹੀਂ ਤਾਂ ਨਹੀਂ। ਅੰਗਰੇਜ਼ ਜੇਲ੍ਹ ਸੁਪਰਿੰਟੈਂਡੈਂਟ, ਜੋ ਕਿ ਉਸ ਸਮੇਂ ਜੇਲ੍ਹ ਦਾ ਮੈਡੀਕਲ ਆਫੀਸਰ ਵੀ ਸੀ, ਉਹ ਬੜੇ ਧਿਆਨ ਨਾਲ ਉਸ ਦਾ ਇਲਾਜ ਕਰਦਾ ਹੁੰਦਾ ਸੀ। ਉਸਨੇ ਬਚਨ ਦਿੱਤਾ ਕਿ ਜਿਸ ਨਾਲ ਉਹ ਚਾਹੇਗਾ ਉਸ ਨਾਲ ਮੁਲਾਕਾਤ ਕਰਾ ਦੇਵੇਗਾ। ਕੇਹਰ ਸਿੰਘ ਨੇ ਉਸ ਵੇਲੇ ਮੰਗ ਕੀਤੀ ਕਿ ਮੇਰੇ ਸਾਥੀ ਪੋਲੀਟੀਕਲ ਕੈਦੀਆਂ ਵਿੱਚੋਂ ਭਾਈ ਰਣਧੀਰ ਸਿੰਘ ਨਾਂ ਦੇ ਆਦਮੀ ਨੂੰ ਅਤੇ ਨਾਲ 4 ਹੋਰ ਸੱਜਣਾਂ ਨੂੰ ਮਿਲਾ ਦਿਓ। ਉਸ ਨੇ ਮਿਲਣ ਦਾ ਕਾਰਨ ਵੀ ਦੱਸ ਦਿੱਤਾ ਕਿ ਉਹ ਆਪਣੇ ਪਾਪਾਂ ਨੂੰ ਬਖਸ਼ਾਉਣ ਲਈ ਇਹਨਾਂ 5 ਸਿੰਘਾਂ ਨੂੰ ਉਸੇ ਤਰ੍ਹਾਂ ਮਿਲਣਾ ਚਾਹੁੰਦਾ ਹੈ, ਜਿਸ ਤਰ੍ਹਾਂ ਤੁਸੀਂ ਅੰਗਰੇਜ਼ ਲੋਕ ਪ੍ਰਾਸ਼ਚਿਤ ਲਈ ਆਪਣੇ ਪਾਦਰੀ ਨੂੰ ਮਿਲਦੇ ਹੋ। ਸੁਪਰਿੰਟੈਂਡੈਂਟ ਪਹਿਲਾਂ ਕੁਝ ਦੋਚਿਤਾਈ ਵਿੱਚ ਪੈ ਗਿਆ, ਪਰ ਕੀਤੇ ਬਚਨ ਅਨੁਸਾਰ ਇਸ ਸ਼ਰਤ ਉੱਤੇ ਮੰਨ ਗਿਆ ਜੇ ਉਹ ਅਤੇ ਭਾਈ ਸਾਹਿਬ ਇਸ ਮਿਲਣੀ ਦਾ ਭੇਦ ਕਿਸੇ ਨੂੰ ਨਾ ਦੇਣ ਦਾ ਭਰੋਸਾ ਦੇਣ, ਕਿਉਂਕਿ ਉੱਪਰੋਂ ਸਰਕਾਰ ਵੱਲੋਂ ਇਹਨਾਂ ਕੈਦੀਆਂ ਨੂੰ ਆਪਸ ਵਿੱਚ ਮਿਲਣ ਦੇਣ ਦੀ ਜਿੱਥੇ ਸਖਤ ਮਨਾਹੀ ਸੀ, ਉੱਥੇ ਭਾਈ ਰਣਧੀਰ ਸਿੰਘ ਜੀ ਬਾਰੇ ਤਾਂ ਬਹੁਤ ਸਖਤ ਆਰਡਰ ਸਨ ਕਿ ਉਸ ਦੇ ਨੇੜੇ ਕੋਈ ਵੀ ਬੰਦਾ ਫਟਕਣਾ ਨਹੀਂ ਚਾਹੀਦਾ। ਕੇਹਰ ਸਿੰਘ ਕੋਲੋਂ ਮਿਲਣੀ ਦਾ ਭੇਦ ਗੁਪਤ ਰੱਖਣ ਦਾ ਭਰੋਸਾ ਲੈ ਕੇ ਗੋਰਾ ਸੁਪਰਿੰਟੈਂਡੈਂਟ ਭਾਈ ਸਾਹਿਬ ਜੀ ਦੀ ਕਾਲ ਕੋਠੜੀ ਵਿੱਚ ਗਿਆ ਤੇ ਉਹਨਾਂ ਤੋਂ ਪੁੱਛਣ ਲੱਗਾ ਕਿ ਕੀ ਉਹ ਕੇਹਰ ਸਿੰਘ ਨੂੰ ਮਿਲਣਾ ਚਾਹੁੰਦੇ ਹਨ, ਜੋ ਹਸਪਤਾਲ ਵਿੱਚ ਬਹੁਤ ਬਿਮਾਰ ਹੈ। ਭਾਈ ਸਾਹਿਬ ਨੇ ਝੱਟ ਉੱਤਰ ਦਿੱਤਾ, ਹਾਂ, ਮੈਨੂੰ ਹੋਰ ਕੀ ਚਾਹੀਦਾ ਹੈ। ਮੈਂ ਤਾਂ ਅੱਗੇ ਹੀ ਉਸ ਨੂੰ ਮਿਲਣਾ ਚਾਹੁੰਦਾ ਹਾਂ, ਕਿਉਂਕਿ 3 ਦਿਨਾਂ ਤੋਂ ਉਸ ਦੀ ਵਾਇਰਲੈਸ ਮੈਨੂੰ ਮਿਲ ਰਹੀ ਹੈ, ਸੋ ਤੁਸੀਂ ਮੈਨੂੰ ਮਿਲਾ ਦਿਓ, ਬੜਾ ਉਪਕਾਰ ਹੋਏਗਾ। ਵਾਇਰਲੈਸ ਦੀ ਗੱਲ ਸੁਣ ਕੇ ਅੰਗਰੇਜ਼ ਸੁਪਰਿੰਟੈਂਡੈਂਟ ਬਹੁਤ ਹੈਰਾਨ ਹੋਇਆ ਤੇ ਕਹਿਣ ਲੱਗਾ ਕਿ ਇਹ ਦੂਜੀ ਹੈਰਾਨ ਕਰਨ ਵਾਲੀ ਗੱਲ ਮੇਰੇ ਤਜਰਬੇ ਵਿੱਚ ਆਈ ਹੈ ਕਿ ਸਿੱਖ ਆਪਸ ਵਿੱਚ ਦਿਲਾਂ ਅੰਦਰ ਵਾਇਰਲੈਸ ਵੀ ਚਲਾ ਲੈਂਦੇ ਹਨ। ਮੁਲਾਕਾਤ ਦਾ ਭੇਤ ਬਾਹਰ ਨਾ ਨਿਕਲਣ ਦੀ ਤਸੱਲੀ ਲੈ ਕੇ ਉਹ ਭਾਈ ਸਾਹਿਬ ਨੂੰ ਰਾਤ ਦੇ ਹਨੇਰੇ ਵਿੱਚ ਕੇਹਰ ਸਿੰਘ ਕੋਲ ਆਪ ਮੁਲਾਕਾਤ ਲਈ ਲੈ ਤੁਰਿਆ ਤੇ ਰਸਤੇ ਵਿੱਚ ਉਸ ਬਾਰੇ ਉਹਨਾਂ ਨੂੰ ਦੱਸਿਆ ਕਿ ਕਿਸ ਤਰ੍ਹਾਂ ਕੇਹਰ ਸਿੰਘ ਪਿਛਲੇ 6 ਮਹੀਨਿਆਂ ਤੋਂ ਸਖਤ ਬਿਮਾਰ ਹੈ। ਉਸ ਦੀ ਹਾਲਤ ਜਿੱਥੇ ਬੜੀ ਖਤਰਨਾਕ ਹੈ, ਉੱਥੇ ਉਸ ਦੀਆਂ ਅੱਖਾਂ 'ਚੋਂ ਪਾਣੀ ਵਗਦਾ ਰਹਿੰਦਾ ਹੈ ਤੇ ਕਈ ਵਾਰੀ ਉਸ ਦਾ ਸਰੀਰ ਕੰਬਣ ਲੱਗ ਜਾਂਦਾ ਹੈ। ਸੁਪਰਿੰਟੈਂਡੈਂਟ ਨੇ ਦੱਸਿਆ ਕਿ ਇੱਕ ਦਿਨ ਜਦ ਉਹ ਉਸ ਕੋਲ ਗਿਆ
ਤਾਂ ਉਹ ਬੁਰੀ ਤਰ੍ਹਾਂ ਕੰਬ ਰਿਹਾ ਸੀ ਤੇ ਅੱਖਾਂ 'ਚੋਂ ਪਾਣੀ ਵਗ ਰਿਹਾ ਸੀ ਅਤੇ ਉਹ ਉੱਪਰ ਛੱਤ ਵੱਲ ਵੇਖੀ ਜਾ ਰਿਹਾ ਸੀ। ਉਸ ਦੀਆਂ ਡਰਾਉਣੀਆਂ ਅੱਖਾਂ ਤੋਂ ਸਾਫ਼ ਪ੍ਰਤੀਤ ਹੁੰਦਾ ਸੀ ਕਿ ਉਹ ਕਿਸੇ ਡਰਾਉਣੀ ਚੀਜ਼ ਤੋਂ ਡਰ ਰਿਹਾ ਹੈ। ਪੁੱਛਣ ਤੇ ਉਸਨੇ ਦੱਸਿਆ ਕਿ ਕਈ ਦਿਨਾਂ ਤੋਂ ਇੱਕ ਡਰਾਉਣੀ ਸ਼ਕਲ ਉਸ ਨੂੰ ਡਰਾ ਰਹੀ ਹੈ। ਉਸਨੇ ਕੇਰ ਸਿੰਘ ਬਾਰੇ ਇਹ ਵੀ ਦੱਸਿਆ ਕਿ ਉਹ ਕਹਿੰਦਾ ਸੀ ਕਿ ਮੈਂ ਸਾਰੀ ਉਮਰ ਭੂਤਾਂ ਪ੍ਰੇਤਾਂ ਅਤੇ ਜਮਦੂਤਾਂ ਨੂੰ ਮੰਨਦਾ ਹੀ ਨਹੀਂ ਸੀ ਹੁੰਦਾ ਅਤੇ ਇਹਨਾਂ ਦੇ ਵਿਰੁੱਧ ਸੀ, ਪਰ ਹੁਣ ਮੈਨੂੰ ਯਕੀਨ ਹੋ ਗਿਆ ਹੈ ਕਿ ਇਹ ਚੀਜ਼ਾਂ ਹਨ। ਉਹ ਦੇਖੋ ਸਾਹਮਣੇ ਮੈਨੂੰ ਪ੍ਰੇਤ ਬੜੀ ਡਰਾਉਣੀ ਸ਼ਕਲ ਨਾਲ ਡਰਾ ਰਿਹਾ ਹੈ। ਸੁਪਰਿੰਟੈਂਡੈਂਟ ਕਹਿਣ ਲੱਗਾ ਕਿ ਜਦ ਮੈਂ ਉਸਦੇ ਕਹਿਣ ਤੇ ਛੱਤ ਵੱਲ ਵੇਖਿਆ ਤਾਂ ਮੈਨੂੰ ਦਿਸਿਆ ਤਾਂ ਕੁਝ ਨਹੀਂ, ਪਰ ਕੰਨੀ ਇੱਕ ਜ਼ੋਰ ਦਾ ਖੜਕ ਜ਼ਰੂਰ ਸੁਣਿਆ। ਕੇਰ ਸਿੰਘ ਨੇ ਹੋਰ ਦੱਸਿਆ ਕਿ ਇਹ ਡਰਾਉਣੀ ਸ਼ਕਲ ਜਾਣ ਸਮੇਂ ਇਸੇ ਤਰ੍ਹਾਂ ਜ਼ੋਰ ਦਾ ਖੜਕਾ ਹਮੇਸ਼ਾ ਕਰਕੇ ਹੀ ਜਾਂਦੀ ਹੈ। ਸੁਪਰਿੰਟੈਂਡੈਂਟ ਹੋਰ ਕਹਿਣ ਲੱਗਾ ਕਿ ਭਾਵੇਂ ਮੈਂ ਆਪਣੇ ਅੱਖੀਂ ਉਸ ਪ੍ਰੇਤ ਨੂੰ ਨਹੀਂ ਦੇਖਿਆ, ਪਰ ਮੈਨੂੰ ਪੱਕਾ ਯਕੀਨ ਹੋ ਗਿਆ ਹੈ ਕਿ ਕੇਰ ਸਿੰਘ ਨੂੰ ਜ਼ਰੂਰ ਕੋਈ ਭੂਤ ਪ੍ਰੇਤ ਆ ਕੇ ਡਰਾਉਂਦਾ ਹੈ। ਇਹ ਇੱਕ ਗੱਲ ਪਹਿਲਾਂ ਹੀ ਮੇਰੇ ਲਈ ਬੜੀ ਹੈਰਾਨ ਕਰਨ ਵਾਲੀ ਸੀ। ਦੂਜੀ ਗੱਲ ਤੁਹਾਡੀ ਵਾਇਰਲੈਸ ਵਾਲੀ ਮੈਨੂੰ ਹੋਰ ਹੈਰਾਨ ਕਰ ਰਹੀ ਹੈ। ਇਸ ਤਰ੍ਹਾਂ ਗੱਲਾਂ ਬਾਤਾਂ ਕਰਦਿਆਂ ਸੁਪਰਿੰਟੈਂਡੈਂਟ ਭਾਈ ਸਾਹਿਬ ਨੂੰ ਲੈ ਕੇ ਹਸਪਤਾਲ ਕੇਰ ਸਿੰਘ ਦੇ ਕਮਰੇ ਅੰਦਰ ਵੜੇ ਹੀ ਸਨ ਕਿ ਕੇਰ ਸਿੰਘ ਠੰਡਾ ਸਾਹ ਭਰ ਕੇ ਬੋਲਿਆ, ਹਾ ਆਰਾਮ ਆ ਗਿਆ। ਸੁਪਰਿੰਟੈਂਡੈਂਟ ਨੇ ਪੁੱਛਿਆ, ਕਿਸ ਗੱਲ ਦਾ ਆਰਾਮ ਆ ਗਿਆ? ਕੇਰ ਸਿੰਘ ਨੇ ਕਿਹਾ, ਭਾਈ ਸਾਹਿਬ ਦੇ ਕਮਰੇ ਵਿੱਚ ਵੜਦਿਆਂ ਹੀ ਉਹ ਪ੍ਰੇਤ ਡਰਦਾ ਹੋਇਆ ਦੌੜ ਗਿਆ ਤੇ ਮੈਨੂੰ ਡਰਾਉਣੀ ਕੰਬਣੀ ਆਉਣੀ ਹਟ ਗਈ ਤੇ ਆਰਾਮ ਆ ਗਿਆ ਹੈ। ਇਸ ਕਰਕੇ ਮੂੰਹੋਂ ਆਪ ਮੁਹਾਰੇ ਇਹ ਵਾਕ ਨਿਕਲ ਗਿਆ, ਹਾ ਆਰਾਮ ਆ ਗਿਆ। ਸੁਪਰਿੰਟੈਂਡੈਂਟ ਅੱਧੇ ਘੰਟੇ ਦੀ ਆਗਿਆ ਦੇ ਕੇ ਚਲਾ ਗਿਆ। ਉਸਦੇ ਜਾਣ ਦੀ ਦੇਰ ਸੀ ਕਿ ਕੇਰ ਸਿੰਘ ਬੜਾ ਰੋਇਆ, ਬਿਲਬਿਲਾ ਕੇ ਰੋਇਆ। ਉਹ ਕਮਜ਼ੋਰ ਇੰਨਾ ਹੋ ਚੁੱਕਾ ਸੀ ਮਾਨੋ ਸਰੀਰ ਦਾ ਕਰੰਗ ਹੀ ਬਣਿਆ ਹੋਇਆ ਸੀ। ਉਸ ਦੀਆਂ ਅੱਖਾਂ ਬਾਹਰ ਨਿਕਲੀਆਂ ਹੋਈਆਂ ਸਨ, ਮੰਜੇ ਤੋਂ ਉੱਠ ਵੀ ਨਹੀਂ ਸੀ ਸਕਦਾ। ਭਾਈ ਸਾਹਿਬ ਉਸਦੇ ਕੋਲ ਕੁਰਸੀ 'ਤੇ ਬੈਠ ਕੇ ਉਸ ਨੂੰ ਰੋਣ ਤੋਂ ਰੋਕਦੇ ਹੋਏ ਕਹਿਣ ਲੱਗੇ ਕਿ ਆਪਣੇ ਮਨ ਦੀ ਬਿਰਥਾ ਦੱਸੋ। ਰੋਣ ਨਾਲ ਜਿੱਥੇ ਉਸ ਨੂੰ ਬਹੁਤ ਤਕਲੀਫ ਹੁੰਦੀ ਸੀ, ਉੱਥੇ ਉਸ ਕੋਲੋਂ ਬੋਲਿਆ ਵੀ ਮੁਸ਼ਕਲ ਨਾਲ ਹੀ ਜਾਂਦਾ ਸੀ। ਉਸਨੇ ਘਿਆ ਕੇ ਬੋਲਣਾ ਸ਼ੁਰੂ ਕੀਤਾ, ਮੈਨੂੰ ਪਾਪੀ ਨੂੰ ਬਖਸ਼ ਲਓ ਅਤੇ ਬਖਸ਼ਾ ਦਿਓ ਅਤੇ ਗੁਰੂ ਸਾਹਿਬ ਪਾਸੋਂ ਬਖਸ਼ਾ ਦਿਓ। ਮੈਂ ਬੜਾ ਪਾਪੀ ਹਾਂ, ਪ੍ਰਾਸ਼ਚਿਤ ਕਰਾਉਣ ਲਈ ਪਛਤਾਪ ਆਪ ਦੇ ਪੇਸ਼ ਕਰਦਾ ਹਾਂ। ਭਾਈ ਸਾਹਿਬ ਨੇ ਉਸ ਨੂੰ ਹੱਲਾਸ਼ੇਰੀ ਦਿੱਤੀ ਤੇ ਨਿਸੰਗ ਹੋ ਕੇ ਦੱਸਣ ਲਈ ਕਿਹਾ, ਕਿਉਂਕਿ ਹੁਣ ਸੋਚਣ ਦਾ ਵੇਲਾ ਨਹੀਂ ਸੀ। ਫਿਰ ਉਸਨੇ ਬਹੁਤ ਹੌਲੀ, ਅਟਕਵੀਂ ਤੇ ਥਿੱਥਲ ਦੀ ਜ਼ੁਬਾਨ ਤੋਂ ਆਪਣੇ ਪਾਪ ਦੀ ਕਹਾਣੀ ਇਸ ਤਰ੍ਹਾਂ ਸ਼ੁਰੂ ਕੀਤੀ ਕਿ ਪਹਿਲਾਂ ਉਸਦਾ ਪਾਪ ਕੁਸੰਗ ਕਰਕੇ ਗੁਰਸਿੱਖੀ ਤੋਂ ਪਤਿਤ ਹੋਣਾ ਹੈ। ਉਸਨੇ ਇਹ ਦੱਸਿਆ ਕਿ ਜਦ ਤੋਂ ਇਸ ਜੇਲ੍ਹ ਵਿੱਚ ਉਹ ਆਇਆ ਹੈ, ਉਸਨੇ ਕੇਸ ਤਾਂ ਧਾਰਨ ਕਰ ਲਏ ਹਨ, ਪਰ ਪਾਪ ਅਤੇ ਤਨਖਾਹ ਬਖਸ਼ਾਉਣ ਦਾ ਸਮਾਂ ਮਿਲਦਾ ਨਹੀਂ ਦਿਸਦਾ, ਕਿਉਂਕਿ ਪ੍ਰਾਣਾਂ ਤੇ ਪਿਆ ਹਾਂ। ਉਹ ਤਰਲਾ ਲੈ ਕੇ ਭਾਈ ਸਾਹਿਬ ਨੂੰ ਕਹਿਣ ਲੱਗਾ ਕਿ ਹੁਣ ਮੇਰੇ ਆਪਣੇ ਵਿੱਚ ਕੋਈ ਤਾਕਤ ਨਹੀਂ, ਕੇਵਲ ਤੁਹਾਡੇ ਬਖਸ਼ਾਉਣ ਤੋਂ ਹੀ ਬਖਸ਼ਿਆ ਜਾ ਸਕਦਾ ਹਾਂ। ਦੂਸਰਾ, ਉਹ ਆਪਣੇ ਸਾਰੇ ਪਾਪ ਦੱਸ ਕੇ ਆਪਣੀ ਛਾਤੀ ਹੌਲੀ ਕਰਨ ਦੇ ਖਿਆਲ ਨਾਲ ਕਹਿਣ ਲੱਗਾ ਕਿ ਫਲਾਣੀ ਤਰੀਕ ਆਪਣੇ ਪਿੰਡ ਸਾਹਨੇਵਾਲ ਜੋ ਪੋਲੀਟੀਕਲ ਡਾਕਾ ਪਿਆ ਸੀ, ਉਹ ਮੈਂ ਹੀ ਪਵਾਇਆ ਸੀ, ਜਿਸ ਵਿੱਚ ਸਾਹਨੇਵਾਲ ਦਾ ਮਸ਼ਹੂਰ ਅਮੀਰ ਖੱਤਰੀ ਮਾਰਿਆ ਗਿਆ ਸੀ। ਉਹ ਸ਼ਾਹੂਕਾਰ ਦਾ ਖੂਨ ਮੇਰੇ ਸਿਰ ਹੈ, ਕਿਉਂਕਿ ਜਦ ਉਸ ਦੀਆਂ ਮੁਸ਼ਕਾਂ ਬੰਨ੍ਹ ਕੇ ਅਸੀਂ ਉਸ ਦੇ ਖਜ਼ਾਨੇ ਦੀਆਂ ਕੁੰਜੀਆਂ ਬਾਰੇ ਪੁੱਛਿਆ ਤਾਂ ਉਹ ਦੱਸਣ ਤੋਂ ਇਨਕਾਰ ਕਰੀ ਜਾਏ। ਮੇਰੇ ਕਹਿਣ ਉੱਤੇ ਹੀ ਮੇਰੇ ਸਾਥੀ ਨੇ ਉਸ ਦੀ ਗਰਦਨ 'ਤੇ ਛੁਰੀ ਚਲਾਈ ਸੀ। ਉਸਨੇ ਜਾਨ ਤਾਂ ਦੇ ਦਿੱਤੀ, ਪਰ ਆਪਣੇ ਖਜ਼ਾਨੇ ਦੀਆਂ ਚਾਬੀਆਂ ਬਾਰੇ ਕੁਝ ਨਾ ਦੱਸਿਆ, ਜਿਸ ਕਰਕੇ ਸਾਨੂੰ ਉੱਥੋਂ ਕੁਝ ਵੀ ਨਾ ਮਿਲ ਸਕਿਆ। ਜਿਹੜੀ ਛੁਰੀ ਉਸ ਸ਼ਾਹੂਕਾਰ ਦੇ ਗਲੇ ਤੋਂ ਫਿਰੀ ਸੀ, ਉਹ ਹੁਣ ਮੇਰੇ ਗਲੇ 'ਤੇ ਫਿਰਦੀ ਹੈ। ਆਪਣੇ ਅਮਲਾਂ ਦਾ ਹਿਸਾਬ ਕਿਤਾਬ ਹੱਥੀਂ ਦੇਣਾ ਪੈਂਦਾ ਹੈ। ਕਈ ਇੱਥੇ ਦੇ ਦਿੰਦੇ ਹਨ, ਕਈ ਅੱਗੇ ਤੇ ਕਈ ਦੋਹੀਂ ਥਾਈਂ, ਇੱਥੇ ਵੀ ਤੇ ਉੱਥੇ ਵੀ ਦਿੰਦੇ ਹਨ। ਕੇਰ ਸਿੰਘ ਨੇ ਹੋਰ ਦੱਸਦਿਆਂ ਕਿਹਾ ਕਿ ਮੈਨੂੰ ਹੰਝੀਰਾਂ ਦੀ ਬਿਮਾਰੀ ਐਸੀ ਲੱਗੀ ਹੋਈ ਹੈ ਕਿ ਮੇਰੇ ਗਲੇ 'ਤੇ ਲੱਖ ਲੱਖ ਛੁਰੀ ਫਿਰ ਰਹੀ ਹੈ। ਲੱਖ ਛੁਰੀਆਂ ਦੇ ਡੰਗ ਵਾਲਾ ਦਰਦ ਮੇਰੀ ਗਰਦਨ 'ਤੇ ਹੋ ਰਿਹਾ ਹੈ। ਐਸੀਆਂ ਪੀੜਾਂ ਪੈਂਦੀਆਂ ਹਨ ਜੋ ਰਾਤ ਦਿਨ ਤੜਫਾਉਂਦੀਆਂ ਹਨ। ਨਾ ਜਾਨ ਨਿਕਲਦੀ ਹੈ, ਨਾ ਖਿੰਨ ਮਾਤਰ ਇਹ ਤਕਲੀਫ ਹਟਦੀ ਹੈ।
ਉੱਪਰੋਂ ਸਭ ਤੋਂ ਵੱਡੀ ਤਕਲੀਫ ਇਹ ਹੈ ਕਿ ਇੱਕ ਭਿਆਨਕ ਸ਼ਕਲ ਦਿਸ ਰਹੀ ਹੈ। ਉਹੀ ਸ਼ਾਹੂਕਾਰ ਜਿਸ ਦੇ ਗਲੇ ਉੱਤੇ ਮੈਂ ਛੁਰੀ ਫਰਵਾਈ ਸੀ, ਵਿਕਰਾਲ ਪ੍ਰੇਤ ਦੀ ਸ਼ਕਲ ਵਿੱਚ ਮੇਰੇ ਸਾਹਮਣੇ ਖੜਾ ਮੈਨੂੰ ਡਰਾਉਂਦਾ ਹੈ, ਜਿਸ ਤੋਂ ਮੇਰੀਆਂ ਡਾਢਾਂ ਨਿਕਲ ਜਾਂਦੀਆਂ ਹਨ। ਤੁਹਾਡੇ ਆਉਣ ਕਾਰਨ ਉਹ ਪ੍ਰੇਤ ਹੁਣ ਤਾਈਂ ਨਹੀਂ ਆਇਆ, ਨਹੀਂ ਤਾਂ 5-5 ਮਿੰਟਾਂ ਪਿੱਛੋਂ ਮੈਨੂੰ ਆ ਕੇ ਡਰਾਉਂਦਾ ਸੀ। ਮੈਨੂੰ ਪੱਕਾ ਯਕੀਨ ਹੋ ਗਿਆ ਹੈ ਕਿ ਤੁਹਾਡੇ ਭਜਨ ਪ੍ਰਤਾਪ ਨਾਲ ਉਹ ਆਉਣ ਤੇ ਡਰਾਉਣ ਤੋਂ ਭੱਜ ਗਿਆ ਹੈ। ਆਪ ਗੁਰੂ ਦੇ ਭਜਨੀਕ ਪੁਰਸ਼ ਹੋ, ਮੈਨੂੰ ਤਾਂ ਪਹਿਲਾਂ ਹੀ ਭਰੋਸਾ ਸੀ, ਪਰ ਹੁਣ ਹੋਰ ਪੱਕਾ ਭਰੋਸਾ ਵੱਜ ਗਿਆ ਹੈ ਕਿ ਤੁਹਾਡੀ ਕਿਰਪਾ ਨਾਲ ਮੇਰੀ ਵੀ ਬੰਦ ਖਲਾਸੀ ਹੋ ਜਾਏਗੀ। ਭਾਈ ਸਾਹਿਬ ਨੂੰ ਕੇਹਰ ਸਿੰਘ ਦੀ ਅਤ ਦੁਖੀ ਦਸ਼ਾ ਵੇਖ ਕੇ ਬੜਾ ਤਰਸ ਆਇਆ। ਉਹਨਾਂ ਨੂੰ ਖਿਆਲ ਆਇਆ ਕਿ ਇਸ ਨੂੰ ਗੁਰਮੰਤਰ ਦੱਸ ਦਿੱਤਾ ਜਾਏ, ਪਰ ਗੁਰਮਤਿ ਦੇ ਅਸੂਲਾਂ ਦੀ ਹੁਕਮ ਅਦੁੱਲੀ ਹੋ ਜਾਣ ਦੇ ਕਾਰਨ ਦੱਸਣੋਂ ਡਰਦੇ ਸਨ। ਭਾਈ ਸਾਹਿਬ ਨੂੰ ਯਕੀਨ ਸੀ ਕਿ ਇਸ ਵੇਲੇ ਕੇਵਲ ਨਾਮ ਹੀ ਉਸ ਦੀ ਸਹਾਇਤਾ ਕਰ ਸਕਦਾ ਸੀ, ਪਰ ਸਵਾਲ ਇਹ ਸੀ ਕਿ ਇਸ ਸਮੇਂ ਉਸ ਨੂੰ ਨਾਮ ਮਿਲੇ ਕਿਵੇਂ। 5 ਪਿਆਰਿਆਂ ਦਾ ਇਕੱਠ ਜੇਲ੍ਹ ਵਿੱਚ ਨਹੀਂ ਸੀ ਹੋ ਸਕਦਾ ਤੇ ਇਕੱਲਾ ਸਿੰਘ ਕੋਈ ਨਾਮ ਦੇ ਨਹੀਂ ਸਕਦਾ। ਫਿਰ ਉਹਨਾਂ ਨੇ ਉਸ ਤੋਂ ਪੁੱਛਿਆ ਕਿ ਤੁਹਾਡੇ ਆਰੀਆ ਮਤ ਵਿੱਚ ਜੋ ਭਜਨ ਤੁਹਾਨੂੰ ਦੱਸਿਆ ਗਿਆ ਸੀ, ਉਸ ਦਾ ਹੀ ਭਜਨ ਕਰੋ, ਸ਼ਾਇਦ ਇਹ ਸੰਕਟ ਕੱਟੇ ਜਾਣ। ਭਾਈ ਸਾਹਿਬ ਦੇ ਇੰਨਾ ਕਹਿਣ ਤੇ ਉਹ ਕੁਝ ਮਿੰਟ ਗੁੰਮ ਹੀ ਹੋ ਗਿਆ। ਕੁਝ ਚਿਰ ਮਗਰੋਂ ਉਸਨੇ ਕਿਹਾ ਕਿ ਮੈਂ ਸਾਰਾ ਜ਼ੋਰ ਲਾ ਕੇ ਇੱਕ ਹੀ ਵਾਰ ਇਹ ਨਾਮ ਕਹਿ ਸਕਿਆ ਹਾਂ। ਹੁਣ ਮੇਰੇ ਸਾਹਮਣੇ ਮੁਸ਼ਕਲ ਤੋਂ ਮੁਸ਼ਕਲ ਇਹ ਹੈ ਕਿ ਮੇਰੇ ਮੂੰਹੋਂ ਨਾਮ ਨਿਕਲਦਾ ਹੀ ਨਹੀਂ। ਇਹ ਪੱਕਾ ਜਾਣੋ, ਜਿਸ ਨੇ ਸਾਰੀ ਉਮਰ ਪਾਪ ਹੀ ਪਾਪ ਕੀਤੇ ਹੋਣ, ਉਸ ਨੂੰ ਸਭ ਤੋਂ ਵੱਡੀ ਸਜ਼ਾ ਇਹੋ ਹੁੰਦੀ ਹੈ ਕਿ ਉਹ ਨਾਮ ਨਾ ਜਪ ਸਕੇ। ਸੋ ਮੈਂ ਤਾਂ ਓਨਾ ਹੀ ਅਸਮਰੱਥ ਹਾਂ ਨਾਮ ਉਚਾਰਨ ਕਰਨ ਤੋਂ। ਹੁਣ ਮੇਰਾ ਇੱਕੋ ਇੱਕ ਬਚਾਓ ਇਹੀ ਹੈ, ਅਤੇ ਇਹੋ ਮੇਰੇ ਤੇ ਵੱਡਾ ਉਪਕਾਰ ਹੈ ਜੋ ਕਿਰਪਾ ਕਰਕੇ ਮੇਰੇ ਸਾਰੇ ਪਾਪਾਂ ਦਾ ਕਫਾਰਾ ਆਪਣੀ ਅਰਦਾਸ ਰਾਹੀਂ ਕਰਵਾਓ। ਮੇਰੇ ਨਿਮਿਤ ਇਤਨੀ ਹੀ ਅਰਦਾਸ ਕਰੋ ਕਿ ਮੇਰੀ ਜਾਨ ਹੁਣ ਇਸ ਪਿੰਜਰ ਵਿੱਚੋਂ ਨਿਕਲ ਜਾਏ ਅਤੇ ਇਸ ਤਰ੍ਹਾਂ ਦੁੱਖ ਵਿੱਚੋਂ ਬਚ ਜਾਵਾਂ, ਨਹੀਂ ਤਾਂ ਪਤਾ ਨਹੀਂ ਕਿਤਨੇ ਦਿਨ ਹੋਰ ਇਸ ਤਰ੍ਹਾਂ ਲਮਕਦਾ ਰਹਾਂਗਾ। ਤੁਹਾਡੀ ਗੁਰੂ ਜੀ ਅੱਗੇ ਕੀਤੀ ਅਰਦਾਸ ਹੀ ਮੈਨੂੰ ਬਚਾ ਸਕਦੀ ਹੈ ਅਤੇ ਮਦਦਗਾਰ ਹੋ ਸਕਦੀ ਹੈ, ਕਿਉਂਕਿ ਆਪ ਜੀ ਦੇ ਆਉਣ ਨਾਲ ਹੀ ਅੱਧੇ ਘੰਟੇ ਤੋਂ ਮੈਂ ਬੜਾ ਸੁਖੀ ਹਾਂ ਤੇ ਉਹ ਪ੍ਰੇਤ ਮੈਨੂੰ ਡਰਾਉਣੋਂ ਹਟ ਗਿਆ ਹੈ। ਮੈਨੂੰ ਆਸ ਹੈ ਤੁਹਾਡੀ ਅਰਦਾਸ ਨਾਲ ਮੇਰਾ ਛੁਟਕਾਰਾ ਵੀ ਜ਼ਰੂਰ ਹੋ ਜਾਏਗਾ। ਇਸ ਤਰ੍ਹਾਂ ਦੀਆਂ ਕਿ ਕੇ ਬੇਨਤੀਆਂ ਕਰਦਿਆਂ ਦੀਆਂ ਘੱਗਾਂ ਬੈਠ ਗਈਆਂ ਤੇ ਉਹ ਬੇਹੋਸ਼ ਹੋ ਗਿਆ। ਇਤਨੇ ਨੂੰ ਸੁਪਰੀਟੈਂਡੈਂਟ ਭਾਈ ਸਾਹਿਬ ਨੂੰ ਲੈਣ ਲਈ ਆ ਗਿਆ ਤੇ ਉਹਨਾਂ ਨੇ ਬਲਾਕ ਦੀ ਕੋਠੜੀ ਵਿੱਚ ਲਿਜਾ ਕੇ ਡੱਕ ਦਿੱਤਾ। ਭਾਈ ਸਾਹਿਬ ਨੇ ਆਪਣੀ ਕੋਠੀ ਅੰਦਰ ਵੜਦਿਆਂ ਸੁਪਰੀਟੈਂਡੈਂਟ ਦੇ ਸਾਹਮਣੇ ਹੀ ਨਾਲ ਦੀਆਂ ਕੋਠੜੀਆਂ ਵਿੱਚ ਕੈਦ ਕੀਤੇ ਗੁਰਸਿੱਖਾਂ ਨੂੰ ਕੇਹਰ ਸਿੰਘ ਨਮਿਤ ਅੱਜ ਸਾਰੀ ਰਾਤ ਸ਼੍ਰੀ ਸੁਖਮਣੀ ਸਾਹਿਬ ਦੇ ਅਖੰਡ ਪਾਠ ਕਰਨ ਲਈ ਬੇਨਤੀ ਕਰਦਿਆਂ ਉਸ ਦੀ ਦਸ਼ਾ ਬਾਰੇ ਵੀ ਦੱਸਿਆ। ਉਹਨਾਂ ਦੇ ਕਹਿਣ ਤੇ ਬਾਕੀ ਸਿੰਘ ਵੀ ਪਾਠ ਕਰਨ ਲੱਗ ਪਏ ਅਤੇ ਭਾਈ ਸਾਹਿਬ ਵੀ ਜੁਟ ਗਏ। ਅਰਦਾਸਾਂ ਬੇਨਤੀਆਂ ਕੀਤੀਆਂ ਗਈਆਂ। ਅਗਲੇ ਦਿਨ ਕੇਹਰ ਸਿੰਘ ਦੀ ਹਾਲਤ ਵੇਖ ਕੇ ਸਭ ਨਾਲ ਮੁਲਾਕਾਤ ਵੀ ਕਰਾ ਦਿੱਤੀ ਗਈ ਤੇ ਉਸ ਤੋਂ ਅਗਲੇ ਦਿਨ ਉਹ ਅਕਾਲ ਚਲਾਣਾ ਕਰ ਗਿਆ। ਸੂਰਜ ਚੜ੍ਹਦੇ ਨੂੰ ਸੁਪਰੀਟੈਂਡੈਂਟ ਨੱਠਦਾ ਹੋਇਆ ਭਾਈ ਸਾਹਿਬ ਕੋਲ ਆ ਕੇ ਦੱਸਣ ਲੱਗਾ ਕਿ ਤੁਹਾਡੀ ਮੁਲਾਕਾਤ ਨਾਲ ਇੱਕ ਵੱਡਾ ਕ੍ਰਿਸ਼ਮਾ ਹੋਇਆ ਕਿ ਉਸ ਮਿਲਣੀ ਮਗਰੋਂ ਕੇਹਰ ਸਿੰਘ ਆਰਾਮ ਨਾਲ ਪਿਆ ਰਿਹਾ। ਉਸ ਨੂੰ ਕੋਈ ਤਕਲੀਫ ਨਹੀਂ ਹੋਈ, ਨਾ ਹੀ ਉਸ ਨੂੰ ਪ੍ਰੇਤ ਨੇ ਆ ਕੇ ਫਿਰ ਤੰਗ ਕੀਤਾ। ਤੰਗ ਤਾਂ ਕੀ ਕਰਨਾ ਸੀ, ਉਹ ਉਸ ਨੂੰ ਫਿਰ ਡਰਾਉਣ ਵੀ ਨਹੀਂ ਆਇਆ। ਇਸ ਗੱਲ ਦੀ ਪੁਸ਼ਟੀ ਉੱਥੇ ਦੇ ਪਹਿਰੇਦਾਰਾਂ ਨੇ ਵੀ ਕੀਤੀ ਹੈ। ਸੁਪਰੀਟੈਂਡੈਂਟ ਦੇ ਜਾਣ ਮਗਰੋਂ ਭਾਈ ਸਾਹਿਬ ਜੀ ਤੇ ਉਹਨਾਂ ਦੇ ਸਾਥੀ ਕੈਦੀਆਂ ਨੇ ਵਾਹਿਗੁਰੂ ਅਕਾਲ ਪੁਰਖ ਦਾ ਸ਼ੁਕਰਾਨਾ ਅਤੇ ਕੇਹਰ ਸਿੰਘ ਨਮਿਤ ਅੰਦਰ ਕੈਦ ਕੋਠੜੀਆਂ ਵਿੱਚ ਬੈਠਿਆਂ ਹੀ ਮੁੜ ਅਰਦਾਸ ਕੀਤੀ। ਇਸ ਤਰ੍ਹਾਂ ਕੇਹਰ ਸਿੰਘ ਦੇ ਬਿਰਤਾਂਤ ਵਿੱਚ ਸ਼੍ਰੀਮਾਨ ਭਾਈ ਸਾਹਿਬ ਜੀ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 822 ਤੇ ਲਿਖੇ ਸ਼ਬਦ ਦੀ ਪੰਕਤੀ ਪ੍ਰਤਾਪ ਤੁਮਹਾਰਾ ਦੇਖ ਕੇ ਜਮਦੂਤ ਛੱਡ ਜਾਹੇ ਪ੍ਰਤੱਖ ਹੋ ਕੇ ਪ੍ਰਤੀਤ ਹੋਈ। ਇਸ ਤੋਂ ਸਪਸ਼ਟ ਹੋਇਆ ਹੈ ਕਿ ਅਕਾਲ ਪੁਰਖ ਦੇ ਨਾਮ ਬਾਣੀ ਦੇ ਪ੍ਰਤਾਪ ਨਾਲ ਜਮਦੂਤਾਂ ਦਾ ਨੇੜੇ ਆਉਣਾ ਤਾਂ ਇੱਕ ਪਾਸੇ ਰਿਹਾ, ਆਏ ਹੋਏ ਜਮ ਵੀ ਦੌੜ ਜਾਂਦੇ ਹਨ, ਪਰ ਕੋਈ ਧਿਆਨ ਨਾਲ ਪਿਆਰ ਨਾਲ ਇਕਾਗਰਚਿਤ ਹੋ ਕੇ ਪਾਠ ਕਰੇ ਤਾਂ ਸਹੀ, ਨਾਮ ਜਪੇ ਤਾਂ ਸਹੀ। ਗੁਰੂ ਮਹਾਰਾਜ ਜੀ
ਅੰਗ 1058 ਵਿਚਲੇ ਸ਼ਬਦ ਵਿੱਚ ਹੋਰ ਸਪਸ਼ਟ ਕਰਦੇ ਹਨ, ਅਫਰਿਓ ਜਮ ਮਾਰਿਆ ਨਾ ਜਾਈ, ਗੁਰ ਕੈ ਸ਼ਬਦ ਨੇੜ ਨਾ ਆਈ। ਸ਼ਬਦ ਸੁਣੇ ਤਾਂ ਦੂਰੋਂ ਭਾਗੇ, ਮਤ ਮਾਰੇ ਹਰ ਜੀਓ ਵੇ ਪਰਵਾਹਾ ਹੈ। ਭੁਤਰੇ ਹੋਏ ਜਮ ਨੂੰ ਰੋਕਿਆ ਨਹੀਂ ਜਾ ਸਕਦਾ, ਨਾ ਹੀ ਉਸ ਨੂੰ ਮਾਰਿਆ ਜਾ ਸਕਦਾ ਹੈ, ਪਰ ਗੁਰੂ ਜੀ ਦੇ ਸ਼ਬਦ ਵਾਹਿਗੁਰੂ ਗੁਰਮੰਤਰ ਵਿੱਚ ਜੁੜਿਆ ਜਮਰਾਜ ਦਾ ਸਹਿਮ ਮਨੁੱਖ ਦੇ ਨੇੜੇ ਨਹੀਂ ਟੁੱਕ ਸਕਦਾ। ਜਦੋਂ ਮਨੁੱਖ ਗੁਰੂ ਦਾ ਸ਼ਬਦ ਸੁਣਦਾ ਹੈ ਤਾਂ ਜਮ ਦੂਰੋਂ ਭੱਜ ਜਾਂਦਾ ਹੈ ਕਿ ਮਤਾਂ ਵੇ ਪ੍ਰਵਾਹ ਪ੍ਰਭੂ ਸਜ਼ਾ ਹੀ ਨਾ ਦੇ ਦੇਵੇ। ਭਾਵ ਜਮਰਾਜ ਗੁਰਮੁਖ ਮਨੁੱਖ ਨੂੰ ਮੌਤ ਦਾ ਡਰ ਨਹੀਂ ਦੇ ਸਕਦਾ। ਗੁਰੂ ਮਹਾਰਾਜ ਜੀ ਨੇ ਬਾਣੀ ਵਿੱਚ ਕਈ ਤਰੀਕਿਆਂ ਨਾਲ ਜਿੱਥੇ ਨਾਮ ਜਪਣ ਲਈ ਪ੍ਰੇਰਨਾ ਦਿੱਤੀ ਹੈ, ਉੱਥੇ ਗਲਤ ਕੰਮ ਕਰਨ ਤੋਂ ਵਰਜਣ ਲਈ ਬੜੇ ਤਰੀਕਿਆਂ ਨਾਲ ਸਮਝਾਇਆ ਵੀ ਹੈ। ਪਰ ਅਸੀਂ ਐਸੇ ਮੂਰਖ ਹਾਂ ਕਿ ਇਹੋ ਜਿਹੇ ਸ਼ਬਦ, ਇਹੋ ਜਿਹੀਆਂ ਗੱਲਾਂ ਅਵਲ ਤਾਂ ਸੁਣਦੇ ਹੀ ਨਹੀਂ, ਪਰ ਜੇ ਕਦੀ ਕਦਾਈ ਸੁਣਦੇ ਹਾਂ ਤੇ ਛੇਤੀ ਭੁੱਲ ਜਾਂਦੇ ਹਾਂ ਅਤੇ ਹੋਰਨਾਂ ਦੀ ਦੇਖਾ ਦੇਖੀ ਫਿਰ ਉਸੇ ਤਰ੍ਹਾਂ ਆਪਣੇ ਸਵਾਰਥ ਲਈ ਗਲਤ ਕੰਮ, ਗਲਤ ਗੱਲਾਂ ਕਰਨ ਲੱਗ ਜਾਂਦੇ ਹਾਂ, ਜਿਨ੍ਹਾਂ ਦਾ ਨਤੀਜਾ ਜੰਮ ਦੇ ਵਸ ਪੈਣ ਵਾਲਾ ਹੁੰਦਾ ਹੈ। ਗੁਰਬਾਣੀ ਵਿੱਚੋਂ ਕੁਝ ਪੰਕਤੀਆਂ ਜੇਕਰ ਬਾਰ-ਬਾਰ ਧਿਆਨ ਅਤੇ ਵਿਚਾਰ ਨਾਲ ਪੜ੍ਹੀਆਂ ਸੁਣੀਆਂ ਜਾਣ ਤਾਂ ਹੋ ਸਕਦਾ ਹੈ ਸਾਨੂੰ ਪਾਪ ਕਰਨ ਵਾਲਿਆਂ ਨੂੰ ਚੇਤੇ ਰਹੇ ਕਿ ਨਾਮ ਜਪਣ ਵਾਲਿਆਂ, ਬਾਣੀ ਪੜ੍ਹਨ ਸੁਣਨ ਵਾਲਿਆਂ ਦੇ ਨੇੜੇ ਜੰਮ ਨਹੀਂ ਆ ਸਕਦਾ। ਜਿਵੇਂ ਕਿ ਜੋ ਬੋਲੇ ਹਰ ਹਰ ਨਾਉ ਤਿਨ ਜਮ ਛੱਡ ਗਿਆ, ਸੇ ਮੁਕਤ ਭਏ, ਜਿਨ ਹਰ ਧਿਆਇਆ ਜੀ ਤਿਨ ਟੂਟੀ ਜਮ ਕੀ ਫਾਸੀ। ਮੰਨੈ ਜਮ ਕੈ ਸਾਥ ਨਾ ਜਾਏ, ਜੋ ਕਿ ਸ਼੍ਰੀ ਜਪਜੀ ਸਾਹਿਬ ਵਿੱਚ ਆਉਂਦੀ ਹੈ। ਸੰਤਾਂ ਸੰਗਤ ਪਾਈਐ, ਜਿਤ ਜਮ ਕੈ ਪੰਥ ਨਾ ਜਾਈਐ। ਆਪਣੇ ਕੀਤੇ ਗਲਤ ਕੰਮਾਂ ਦਾ ਫਲ ਜ਼ਰੂਰ ਭੁਗਤਣਾ ਪੈਂਦਾ ਹੈ, ਕਈਆਂ ਨੂੰ ਇੱਥੇ, ਕਈਆਂ ਨੂੰ ਅੱਗੇ ਤੇ ਕਈਆਂ ਨੂੰ ਇੱਥੇ ਵੀ ਤੇ ਅੱਗੇ ਵੀ, ਦੋਹਾਂ ਥਾਈਂ। ਗੁਰਬਾਣੀ ਗੁਰੂ ਸਾਹਿਬ ਜੀ ਦੇ ਉਪਦੇਸ਼ ਹਨ, ਜਿਨ੍ਹਾਂ ਨੂੰ ਬਾਰ-ਬਾਰ ਦੁਹਰਾਉਣ ਨਾਲ, ਧਿਆਨ ਨਾਲ ਸਮਝ ਕੇ ਪਾਠ ਕਰਨ ਅਥਵਾ ਸੁਣਨ ਨਾਲ ਮਨੁੱਖ ਦੇ ਮਨ ਉੱਤੇ ਬੇਮਲੂਮਾ ਚੰਗਾ ਅਸਰ ਪੈਂਦਾ ਰਹਿੰਦਾ ਹੈ। ਇਸ ਤਰ੍ਹਾਂ ਮਨੁੱਖ ਦੇ ਗਲਤ ਸੁਭਾਅ ਵਿੱਚ ਤਬਦੀਲੀ ਆਉਣੀ ਸ਼ੁਰੂ ਹੋ ਜਾਂਦੀ ਹੈ। ਫਿਰ ਗਲਤ ਗੱਲਾਂ, ਝੂਠ ਚਲਾਕੀਆਂ, ਹੇਰਾ ਫੇਰੀਆਂ ਤੇ ਦੂਜੇ ਨੂੰ ਤੰਗ ਕਰਨ ਅਤੇ ਆਪਣਾ ਸਵਾਰਥ ਸਿੱਧ ਕਰਨ ਲਈ ਦੂਜਿਆਂ ਨਾਲ ਜ਼ਿਆਦਤੀ ਕਰਨ ਦੀ ਰੁਚੀ ਘਟਦੀ ਖਤਮ ਵੀ ਹੋ ਜਾਂਦੀ ਹੈ। ਇਸ ਦੇ ਨਾਲ ਜਦ ਅਸੀਂ ਗੁਰਬਾਣੀ ਵਿੱਚ ਦੁਨੀਆ ਸੇਵ ਕਮਾਈਐ ਤਾਂ ਦਰਗਹਿ ਬੈਸਣ ਪਾਈਐ, ਇਹਨਾਂ ਵਰਗੇ ਸ਼ਬਦ ਬਾਰ-ਬਾਰ ਪੜ੍ਹਦੇ ਸੁਣਦੇ ਹਾਂ ਤਾਂ ਸਾਡੇ ਦਿਲਾਂ ਵਿੱਚ ਦੂਜਿਆਂ ਪ੍ਰਤੀ ਸੇਵਾ, ਹਮਦਰਦੀ ਤੇ ਪਿਆਰ ਵਾਲਾ ਵਰਤਾਓ ਕਰਨ ਦੀ ਭਾਵਨਾ ਜਾਗ ਪੈਂਦੀ ਹੈ ਤੇ ਮਨੁੱਖ ਵਿੱਚ ਸੇਵਾ ਕਰਨ ਦਾ ਚਾਅ ਉਪਜਦਾ ਹੈ। ਪਰ ਇਹ ਸਭ ਕੁਝ ਤਾਂ ਸਤਸੰਗ ਕਰਨ ਨਾਲ ਹੀ ਹੁੰਦਾ ਹੈ, ਜੋ ਅਸੀਂ ਕਰਦੇ ਹੀ ਨਹੀਂ ਜਾਂ ਬਹੁਤ ਘੱਟ ਕਰਦੇ ਹਾਂ। ਖੋਜਤ ਸੁਣੀ ਇਹ ਸੋਏ, ਸਾਧ ਸੰਗਤ ਬਿਨ ਤਰਿਓ ਨਾ ਕੋਏ। ਜਦ ਗੁਰੂ ਸਾਹਿਬ ਕਹਿੰਦੇ ਹਨ ਕਿ ਭਾਲ ਕਰਦਿਆਂ ਮੈਂ ਇਹ ਖਬਰ ਸੁਣ ਲਈ ਹੈ ਕਿ ਸਾਧ ਸੰਗਤ ਤੋਂ ਬਿਨਾਂ ਤ੍ਰਿਸ਼ਨਾ ਦੇ ਹੜ ਤੋਂ ਕੋਈ ਜੀਵ ਕਦੇ ਪਾਰ ਨਹੀਂ ਲੰਘ ਸਕਿਆ, ਤਾਂ ਅਸੀਂ ਫਿਰ ਸਤ ਸੰਗਤ ਕਰਨ ਤੋਂ ਇੰਨੀ ਲਾਪਰਵਾਹੀ ਕਿਉਂ ਕਰਦੇ ਹਾਂ। ਬਿਨ ਸੰਗਤੀ ਸਭ ਐਸੇ ਰਹੇ, ਜੈਸੇ ਪਸ ਢੋਰ, ਜਿਨ ਕੀਤੇ ਤਿਸੇ ਨਾ ਜਾਣਨੀ, ਬਿਨ ਨਾਵੈ ਸਭ ਚੋਰ। ਧਰਮਰਾਜ ਆਖਦਾ ਹੈ, ਹੇ ਮੇਰੇ ਦੂਤੋ, ਜਿੱਥੇ ਸਾਧ ਜਨ ਪਰਮਾਤਮਾ ਦਾ ਭਜਨ ਕਰ ਰਹੇ ਹੋਣ, ਜਿੱਥੇ ਨਿਤ ਕੀਰਤਨ ਹੋ ਰਿਹਾ ਹੋਵੇ, ਤੁਸੀਂ ਉਸ ਥਾਂ ਦੇ ਨੇੜੇ ਨਹੀਂ ਜਾਣਾ। ਜੇ ਤੁਸੀਂ ਉੱਥੇ ਚਲੇ ਗਏ ਤਾਂ ਇਸ ਖੁਨਾਮੀ ਤੋਂ ਨਾ ਮੈਂ ਬਚ ਸਕਾਂਗਾ, ਨਾ ਹੀ ਤੁਸੀਂ ਬਚ ਸਕੋਗੇ। ਅਸਲ ਪੰਕਤੀਆਂ ਇਸ ਤਰ੍ਹਾਂ ਹਨ, ਜਹ ਸਾਧੂ ਗੋਬਿੰਦ ਭਜਨ, ਕੀਰਤਨ ਨਾਨਕ ਨੀਤ, ਅਣਾ ਹੋਣਾ ਤੂੰ ਅਣੈ ਛੁਟੈ, ਨਿਕਟ ਨਾ ਜਾਈਓ ਦੂਤ। ਸੋ ਆਓ ਅੱਜ ਅਸੀਂ ਆਪੋ ਆਪਣੀ ਥਾਂ ਵਿਚਾਰ ਕਰੀਏ ਕਿ ਅਸੀਂ ਰੋਜ਼ ਜਾਂ ਹਫ਼ਤੇ ਵਿੱਚ ਕਿਤਨੀ ਦੇਰ, ਕਿਤਨੀ ਵਾਰ ਸੰਗਤ ਕਰਦੇ ਹਾਂ। ਜੇ ਕਰਦੇ ਹਾਂ ਤਾਂ ਮੁਬਾਰਕ, ਨਹੀਂ ਤਾਂ ਗੁਰਬਾਣੀ ਦੇ ਇਹਨਾਂ ਫਰਮਾਨਾਂ ਨੂੰ ਸਾਹਮਣੇ ਰੱਖਦੇ ਹੋਏ ਹੁਣ ਤੋਂ ਹੀ ਸਤ ਸੰਗਤ ਕਰਨ, ਸਤ ਸੰਗਤ ਕਰਾਉਣ ਦੇ ਉਦਮ, ਯਤਨ ਤੇ ਉਪਰਾਲੇ ਆਪ ਕਰੀਏ ਤੇ ਹੋਰਨਾਂ ਨੂੰ ਕਰਾਈਏ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਜੀ। ਦਾਸ ਨੂੰ ਆਗਿਆ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।